ਕਿ ਬ੍ਰਿਹਦਰਥ ਨਾਮ ਦਾ ਇੱਕ ਰਾਜਾ ਹੋਇਆ। ਉਹਦੀਆਂ ਦੋ ਰਾਣੀਆਂ ਨੇ, ਇੱਕ ਪੁੱਤਰ ਜਨਮਿਆ ਹੈ। ਅੱਧਾ ਸਰੀਰ ਇੱਕ ਦੇ ਪੇਟ ਤੋਂ, ਅੱਧਾ ਸਰੀਰ ਦੂਸਰੀ ਦੇ ਪੇਟ ਤੋਂ ਪੈਦਾ ਹੋਇਆ। ਉਸ ਦੇ ਸਰੀਰ ਨੂੰ ਜੋੜ ਕੇ ਉਸ ਦਾ ਨਾਮ ਰੱਖਿਆ ਗਿਆ ਜਰਾਸੰਧ। ਇੰਨਾ ਵੱਡਾ ਰਾਜਾ ਸੀ ਵੀ ਇਸ ਨੂੰ ਹਰਾਉਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਭਗਵਾਨ ਕ੍ਰਿਸ਼ਨ ਜੀ ਭੀਮਸੈਨ ਅਤੇ ਅਰਜਨ ਨੂੰ ਨਾਲ ਲੈ ਕੇ ਬ੍ਰਾਹਮਣਾਂ ਵਾਲਾ ਭੇਸ ਬਣਾ ਕੇ ਕਿਲੇ ਦੀ ਪਿਛਲੀ ਕੰਧ ਚੜ੍ਹ ਕੇ ਇਹਦੇ ਮਹਿਲਾਂ ਵਿੱਚ ਪਹੁੰਚੇ। ਰਾਜਾ ਦਾਨ ਵੰਡਦਾ ਪਿਆ ਹੈ। ਇਹਨਾਂ ਤਿੰਨਾਂ ਨੂੰ ਆਇਆ ਵੇਖ ਕੇ ਸਮਝ ਗਿਆ ਵੀ ਇਹ ਬ੍ਰਾਹਮਣ ਨਹੀਂ, ਇਹ ਤੇ ਸੂਰਮੇ ਨੇ, ਕਿਉਂਕਿ ਇਹਨਾਂ ਦੇ ਸਰੀਰ ਦੇ ਉੱਪਰ ਹਥਿਆਰਾਂ ਦੇ ਲੱਗੇ ਹੋਏ ਕੱਟ, ਜਿਹੜੇ ਸ਼ਸਤਰਾਂ ਦੇ ਲੱਗੇ ਹੋਏ ਜ਼ਖਮ ਜਿਹੜੇ ਨੇ ਉਹ ਨਿਸ਼ਾਨ ਦਿਸਦੇ ਪਏ ਨੇ। ਹੱਥਾਂ ਦੇ ਉੱਪਰ ਵੀ ਅਟਨ ਵਗੈਰਾ ਪਏ ਹੋਏ ਨੇ, ਹੱਥਾਂ ਵਿੱਚ ਵੀ ਕਈ ਤਰ੍ਹਾਂ ਦੇ ਟੱਕ ਜਿਹੜੇ ਸਾਨੂੰ ਲੱਗੇ ਹੋਏ। ਰਾਜੇ ਨੇ ਪੁੱਛਿਆ ਵੀ ਸੱਚੋ ਸੱਚੀ ਦੱਸੋ ਕੌਣ ਹੋ। ਫਿਰ ਭਗਵਾਨ ਕ੍ਰਿਸ਼ਨ ਜੀ ਨੇ ਦੱਸਿਆ, ਕਹਿਣ ਲੱਗੇ ਅਸੀਂ ਤੇਰੇ ਨਾਲ ਜੰਗ ਕਰਨ ਵਾਸਤੇ ਆਏ ਹਾਂ। ਜਾਂ ਤੇ ਜਿਹੜੇ 20,000 ਰਾਜੇ ਤੂੰ ਕੈਦ ਕੀਤੇ ਨੇ ਉਹਨਾਂ ਨੂੰ ਛੱਡ ਕੇ ਯੁਧਿਸ਼ਟਰ ਦੇ ਚਰਨਾਂ ਤੇ ਲੱਗ, ਉਹਦੀ ਅਧੀਨਗੀ ਕਬੂਲ ਕਰ। ਜੇ ਨਹੀਂ ਤੇ ਫਿਰ ਸਾਡੇ ਨਾਲ ਜੰਗ ਕਰ। ਇਤਿਹਾਸ ਆਪਾਂ ਪਿੱਛੇ ਸਰਵਣ ਕਰ ਆਏ ਹਾਂ। ਹੁਣ ਜਰਾਸੰਧ ਰਾਜਾ ਅੱਗੋਂ ਕੀ ਜਵਾਬ ਦਿੰਦਾ ਇਹ ਆਪਾਂ ਅੱਜ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਹੇ ਤੋ ਹੋਏ ਹੈ ਜੁਧ ਹਮਾਰਾ। ਸੋ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਵੀ ਦੋ ਤੇਰੇ ਕੋਲ ਰਸਤੇ ਨੇ। ਪਹਿਲਾ ਰਸਤਾ ਇਹ ਹੈ ਵੀ ਤੂੰ ਸਾਡੀ ਗੱਲ ਮੰਨ, ਜਿੰਨੇ ਰਾਜੇ ਕੈਦ ਕੀਤੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਏ। ਯੁਧਿਸ਼ਟਰ ਦੇ ਜਾ ਕੇ ਪੈਰ ਫੜ ਲਾ, ਉਹਦੀ ਅਧੀਨਗੀ ਦੇ ਵਿੱਚ ਰਾਜ ਕਰ। ਜੇ ਪਹਿਲੀ ਗੱਲ ਮਨਜ਼ੂਰ ਨਹੀਂ ਹੈ ਤੇ ਫਿਰ ਦੂਜੀ ਗੱਲ ਇਹ ਹੈ ਵੀ ਤੈਨੂੰ ਸਾਡੇ ਨਾਲ ਯੁੱਧ ਕਰਨਾ ਪਵੇਗਾ। ਜੀਤਾਂਗੇ ਤੁਝ ਧਾਰ ਅਖਾੜਾ। ਅਸੀਂ ਅਖਾੜਾ ਰਚ ਕੇ ਜੰਗ ਮੈਦਾਨ ਦਾ ਜਾਂ ਭਲਵਾਨਾਂ ਦੀ ਕੁਸ਼ਤੀ ਦਾ ਅਖਾੜਾ ਰਚ ਕੇ ਤੈਨੂੰ ਜਿੱਤ ਲਵਾਂਗੇ। ਕਿਦੋ ਹਮੇ ਤੁਮ ਜੀਤਨ ਕਰੀਏ। ਜਾਂ ਫਿਰ ਤੂੰ ਸਾਨੂੰ ਜਿੱਤ, ਆਪਾਂ ਕੁਸ਼ਤੀ ਕਰਦੇ ਆ, ਤੂੰ ਸਾਡੇ ਨਾਲ ਕੁਸ਼ਤੀ ਕਰ, ਘੋਲ ਕਰ। ਜਾਂ ਅਸੀਂ ਤੈਨੂੰ ਜਿੱਤਾਂਗੇ ਤੇ ਜਾਂ ਤੂੰ ਸਾਨੂੰ ਜਿੱਤ ਲੈਣਾ ਕਰੀਂ। ਪਿੱਛੇ ਮਨ ਭਾਵਤ ਅਨਸਰੀਏ। ਤੇ ਜਿਹੜਾ ਦੂਜੇ ਨੂੰ ਜਿੱਤ ਲਵੇ ਉਹਦੀ ਮਰਜ਼ੀ ਹੈ, ਫਿਰ ਬਾਅਦ ਵਿੱਚ ਜੋ ਮਰਜ਼ੀ ਕਰੇ। ਇੱਕ ਨੇ ਤੇ ਜੰਗ ਵਿੱਚ ਹਾਰਨਾ ਤੇ ਮਰਨਾ, ਦੂਜੇ ਨੇ ਜਿੱਤਣਾ ਵੀ ਹੈ ਤੇ ਜਿਉਣਾ ਵੀ ਹੈ। ਜਿਹੜਾ ਜਿੱਤ ਜਾਏਗਾ ਉਹ ਫਿਰ ਆਪਣੀ ਮਰਜ਼ੀ ਕਰ ਸਕਦਾ ਹੈ। ਸੁਣ ਕੇ ਜਰਾਸੰਧ ਰਿਸ ਧਾਰੀ। ਜਦੋਂ ਜਰਾਸੰਧ ਰਾਜੇ ਨੇ ਸੁਣੀਆਂ ਨਾ ਗੱਲਾਂ ਭਗਵਾਨ ਕ੍ਰਿਸ਼ਨ ਦੀਆਂ ਵੀ ਮਾਫੀ ਮੰਗ ਤੇ ਸਾਡੀ ਅਧੀਨਗੀ ਕਬੂਲ ਕਰ ਤੇ ਜਾਂ ਸਾਡੇ ਨਾਲ ਕੁਸ਼ਤੀ ਕਰ, ਇਹ ਗੱਲ ਸੁਣ ਕੇ ਕਹਿਣ ਲੱਗੇ ਜਰਾਸੰਧ ਰਾਜੇ ਨੂੰ ਬੜਾ ਗੁੱਸਾ ਆਇਆ ਹੈ। ਗਰਵਤ ਅਤਮੁਖ ਗਿਰਹਿ ਉਚਾਰੀ। ਕਹਿਣ ਲੱਗੇ ਵੀ ਬੜੇ ਹੰਕਾਰ ਦੇ ਨਾਲ ਇਸ ਰਾਜੇ ਨੇ ਫਿਰ ਆਪਣੇ ਮੂੰਹ ਤੋਂ ਇਸ ਤਰ੍ਹਾਂ ਗੱਲ ਕਹਿਣਾ ਕੀਤੀ ਹੈ। ਇਤੀ ਸ਼ਕਤ ਰਣ ਕਰਵੇ ਕੇਰੀ। ਇਹਨੇ ਆਪਣੀ ਛਾਤੀ ਤੇ ਹੱਥ ਮਾਰਿਆ। ਜਰਾਸੰਧ ਨੇ ਕਹਿਣ ਲੱਗਾ ਇਹੋ ਜਿਹਾ ਲਾਲ ਕਿਸੇ ਮਾਈ ਨੇ ਜਣਿਆ ਨਹੀਂ ਵੀ ਜਿਹੜਾ ਮੇਰੇ ਨਾਲ ਜੰਗ ਕਰੇ। ਕੋਈ ਇਹੋ ਜਿਹਾ ਪੈਦਾ ਨਹੀਂ ਹੋਇਆ ਬਲ ਵਾਲਾ ਜਿਹੜਾ ਮੇਰੇ ਨਾਲ ਕੁਸ਼ਤੀ ਕਰੇ। ਤੁਸੀਂ ਮੈਨੂੰ ਆਖਦੇ ਹੋ ਵੀ ਮੈਂ ਤੁਹਾਡੀ ਅਧੀਨਗੀ ਕਬੂਲ ਲਵਾਂ, ਤੁਹਾਡੇ ਪੈਰਾਂ 'ਤੇ ਡਿੱਗ ਕੇ ਮਾਫੀ ਮੰਗਾ, ਕਿਵੇਂ ਹੋ ਸਕਦਾ ਹੈ? ਕਿਉਂਕਿ ਮੈਨੂੰ ਕੋਈ ਜਿੱਤ ਨਹੀਂ ਸਕਦਾ ਹੈ। ਕਿਉਂ ਦਿਜ ਬੇਖ ਬਣਾਏ ਕੁਫੇਰੀ। ਤੇ ਤੁਸੀਂ ਤੇ ਆਪ ਹੀ ਛਲੀਏ ਹੋ। ਜੇ ਤੁਸੀਂ ਸੱਚੇ ਸੁੱਚੇ ਹੁੰਦੇ ਤੇ ਸਿੱਧਾ ਸੂਰਮੇ ਬਣ ਕੇ ਮੇਰੇ ਨਾਲ ਆਉਂਦੇ, ਜੰਗ ਕਰਦੇ। ਤੁਸੀਂ ਤੇ ਪਹਿਲਾਂ ਹੀ ਆਪਣਾ ਭੇਸ ਲੁਕਾ ਕੇ ਬ੍ਰਾਹਮਣ ਬਣ ਕੇ ਆਏ ਹੋ। ਤੁਸੀਂ ਤੇ ਪਹਿਲਾਂ ਹੀ ਇਹੋ ਜਿਹੇ ਚਾਲਾਂ ਚੱਲਦੇ ਹੋ। ਜੋ ਮੈਂ ਬਾਂਧ ਲਈਏ ਮਹਿ ਪਾਲਾ। ਜਿੰਨੇ ਮੈਂ ਰਾਜੇ ਬੱਧੇ ਨੇ। ਜਰਾਸੰਧ ਕਹਿੰਦਾ 20,000 ਤੇ 800 ਰਾਜਾ ਇਹਨੇ ਕੈਦ ਕੀਤਾ ਸੀ। ਕਹਿਣ ਲੱਗਾ ਜਿੰਨੇ ਰਾਜੇ ਮੈਂ ਬੰਨ੍ਹ ਕੇ ਆਪਣੀ ਕੈਦ ਵਿੱਚ ਸੁੱਟੇ ਹਨ। ਕਹਿ ਸੌ ਕਰਿਓ ਨਾ ਕਪਟ ਕੁਡਾਲਾ। ਮੈਂ ਕਿਸੇ ਨਾਲ ਕਪਟ ਨਹੀਂ ਕੀਤਾ। ਭਗਵਾਨ ਕ੍ਰਿਸ਼ਨ ਜੀ ਤੁਸੀਂ ਪਹਿਲੇ ਬੰਦੇ ਹੋ ਜਿਹੜੇ ਮੇਰੇ ਨਾਲ ਜੰਗ ਕਰਨ ਆਏ ਹੋ ਤੇ ਛਲ ਕਰਕੇ ਆਏ ਹੋ ਛਤਰੀ ਬਣ ਕੇ ਬ੍ਰਾਹਮਣ ਆਏ ਹੋ, ਕੱਪੜੇ ਬ੍ਰਾਹਮਣਾਂ ਵਾਲੇ ਪਾ ਕੇ। ਪਰ ਮੈਂ ਜਿਹੜੇ 20,800 ਰਾਜੇ ਜਿੱਤੇ ਨੇ, ਮੈਂ ਕਿਸੇ ਨਾਲ ਇਹੋ ਜਿਹਾ ਛਲ ਨਹੀਂ ਕੀਤਾ। ਮੈਂ ਸਿੱਧਾ ਹੋ ਕੇ ਗਿਆ ਵੀ ਮੈਂ ਹਾਂ ਜਰਾਸੰਧ ਤੇ ਆਓ ਮੇਰੇ ਨਾਲ ਲੜੋ।
ਜਿਹੜੇ ਨਹੀਂ ਲੜ ਸਕੇ ਮੈਂ ਕੈਦ ਕੀਤਾ। ਮੈਂ ਕੈਦ ਵਿੱਚ ਜਿਹੜੇ ਪਾਏ ਨੇ ਵਲਛਲ ਕਰਕੇ ਨਹੀਂ ਪਾਏ, ਮੈਂ ਤੇ ਸਿੱਧਾ ਨੰਗਾ ਹੋ ਕੇ ਸਾਹਮਣੇ ਹੋ ਕੇ ਲੜਿਆ ਵੀ ਮੈਂ ਜਰਾਸੰਧਾਂ ਤੇ ਲੜੋ। ਤੁਹਾਡੇ ਵਰਗੀ ਇਹ ਚਲਾਕੀ ਮੈਂ ਨਹੀਂ ਕੀਤੀ ਹੈ। ਜਿਮ ਤੁਮ ਆਏ ਕਪਟੀ ਹੋਏ। ਮੈਂ ਤੁਹਾਨੂੰ ਕੀ ਸਮਝਦਾ, ਤੁਸੀਂ ਤੇ ਕਪਟੀ ਲੋਕ ਹੋ, ਤੁਸੀਂ ਤੇ ਛਲੀਏ ਹੋ। ਪਹਿਲੀ ਵਾਰੀ ਮੇਰੇ ਨਾਲ ਆਏ ਹੋ ਜੰਗ ਕਰਨ ਵਾਸਤੇ ਤੇ ਉਹ ਵੀ ਅੰਦਰੋਂ ਹੋਰ ਤੇ ਬਾਹਰੋਂ ਕੁਝ ਹੋਰ ਦਿਸਦੇ ਪਏ ਹੋ। ਆਪਣਾ ਆਪ ਲਿਬਾਸ ਲੁਕਾ ਕੇ ਭੇਸ ਵਟਾ ਕੇ ਆਏ ਹੋ। ਮੈਂ ਤੁਹਾਡੇ ਵਰਗਾ ਕਪਟੀ ਨਹੀਂ ਹਾਂ। ਐਮ ਛਤਰੀ ਕਰ ਸਕੈ ਨ ਕੋਈ। ਜਿਹੜਾ ਛਤਰੀ ਹੁੰਦਾ ਨਾ, ਸ਼ਸਤਰ ਧਾਰਨ ਕਰਨ ਵਾਲਾ ਸੂਰਮਾ, ਨੂੰ ਛਤਰੀ ਆਖਿਆ ਜਾਂਦਾ। ਜਰਾਸੰਧ ਕਹਿ ਰਿਹਾ ਹੈ, ਕਹਿਣ ਲੱਗੇ ਛਤਰੀਆਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਭੇਸ ਬਦਲ ਲੈਣੇ, ਕਪਟ ਕਰਨਾ, ਛਲ ਕਰਨਾ, ਧੋਖਾ ਦੇਣਾ, ਇਹ ਸੂਰਮਿਆਂ ਨੂੰ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਹਨ। ਮੈਂ ਜੀਤੇ ਇਮ ਸਕਲ ਨਰੇਸ਼। ਮੈਂ ਜਿੰਨੇ ਰਾਜੇ ਜਿੱਤੇ ਨੇ ਸਰੇਆਮ ਜਿੱਤੇ ਨੇ, ਸਾਹਮਣੇ ਜਿੱਤੇ ਨੇ, ਜੰਗ ਕਰਕੇ ਜਿੱਤੇ ਨੇ। ਮੈਂ ਕਿਸੇ ਨਾਲ ਧੋਖਾ ਨਹੀਂ ਕੀਤਾ, ਕਿਸੇ ਨਾਲ ਛਲ ਨਹੀਂ ਕੀਤਾ। ਮੈਂ ਆਪਣੀ ਤਾਕਤ ਨਾਲ ਜਿੱਤੇ ਨੇ। ਪਰ ਕ੍ਰਿਸ਼ਨ ਜੀ ਤੁਸੀਂ ਤੇ ਛਲ ਕਰਨਾ ਜਾਣਦੇ ਹੋ। ਜੁਧ ਵਿਖੈ ਜੈ ਕਰੇ ਅਸ਼ੇਸ਼। ਮੈਂ ਤੇ ਜੰਗ ਜਿੱਤ ਕੇ ਰਾਜੇ ਜਿੱਤੇ ਨੇ, ਕਿਉਂਕਿ ਮੇਰੇ ਵਿੱਚ ਇੰਨਾ ਬਲ ਹੈ, ਮੇਰੇ ਵਿੱਚ ਇੰਨੀ ਤਾਕਤ ਹੈ ਵੀ ਜਿਹੜਾ ਮੇਰੇ ਸਾਹਮਣੇ ਆ ਕੇ ਜੰਗ ਕਰਦਾ ਮੈਂ ਜਿੱਤ ਲੈਂਦਾ ਹਾਂ। ਸੁਨਤ ਸ਼ਿਆਮ ਘਨ ਬੁਨੇ ਵਿਖਾਨਾ। ਜਦੋਂ ਇਹ ਗੱਲਾਂ ਸੁਣੀਆਂ ਭਗਵਾਨ ਕ੍ਰਿਸ਼ਨ ਜੀਆਂ ਨੇ ਜਰਾਸੰਧ ਰਾਜੇ ਦੀਆਂ, ਤੇ ਸੁਣ ਕੇ ਫਿਰ ਭਗਵਾਨ ਜੀ ਅੱਗੋਂ ਜਵਾਬ ਦਿੰਦੇ, ਉੱਤਰ ਦਿੰਦੇ ਹਨ। ਅਸ ਕਰ ਤੋ ਮਾਨ ਮਹਾਨ। ਕਹਿਣ ਲੱਗੇ, ਉਹ ਰਾਜਿਆ ਕਿਉਂ ਇੰਨਾ ਹੰਕਾਰ ਕਰਦਾ? ਦੁਨੀਆ ਤੇ ਬੜੇ ਆਏ ਤੇਰੇ ਵਰਗੇ, ਬੜੇ ਬਲ ਵਾਲੇ, ਬੜੇ ਤਾਕਤ ਵਾਲੇ, ਜਿਨ੍ਹਾਂ ਦੇ ਚੱਲਿਆਂ, ਜਿਨ੍ਹਾਂ ਦੀਆਂ ਫੌਜਾਂ ਦੇ ਚੱਲਿਆਂ ਧਰਤੀ ਕੰਬਦੀ ਹੈ, ਇਹੋ ਜਿਹੇ ਬੜੇ ਆਏ ਨੇ। ਕਿਉਂ ਤੂੰ ਇੰਨਾ ਮਾਨ ਕਰਦਾ ਹੈ? ਨਿਰਪਤ ਬਲੀ ਅਤ ਭਏ ਅਨੇਕ। ਇਸ ਦੁਨੀਆ ਤੇ, ਇਸ ਧਰਤੀ ਤੇ ਬੜੇ ਬੜੇ ਰਾਜੇ ਹੋਏ, ਔਰ ਉਹ ਰਾਜੇ ਜਿਹੜੇ ਬੜੇ ਬੜੇ ਬਲ ਵਾਲੇ ਸਨ, ਬੜੀ ਬੜੀ ਤਾਕਤ ਵਾਲੇ ਸਨ, ਇਹੋ ਜਿਹੇ ਰਾਜੇ ਤੇਰੇ ਵਰਗੇ, ਤੇਰੇ ਤੋਂ ਵੀ ਵੱਡੇ ਕਈ ਹੋਏ ਹਨ। ਅੰਤ ਕਾਲ ਮੈਂ ਰਹਿਓ ਨਾ ਏਕ। ਪਰ ਜਦੋਂ ਮੌਤ ਆਉਂਦੀ ਹੈ ਨਾ, ਤੇ ਵੱਡਿਆਂ ਵੱਡਿਆਂ ਨੂੰ ਫਿਰ ਮਿੱਟੀ ਵਿੱਚ ਮਿਲਣਾ ਪੈਂਦਾ ਹੈ। ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੈ ਘਾਸ। ਆਪਣੀ ਤਾਕਤ ਵੇਖ ਕੇ ਹੰਕਾਰ ਕਰਨਾ, ਮੇਰੇ ਵਰਗਾ ਕੋਈ ਨਹੀਂ ਹੈ। ਅੱਜ ਨਾ ਕੱਲ ਤੇ ਧਰਤੀ ਤੇ ਹੀ ਲੇਟਣਾ, ਇੱਥੇ ਸਾਰਿਆਂ ਨੇ ਗਰਕ ਹੋਣਾ, ਸਾਰਿਆਂ ਨੇ ਸਮਾਉਣਾ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਹੰਕਾਰ ਕਾਹਦਾ ਕਰਨਾ? ਤੇਰੇ ਤੋਂ ਵੀ ਬਲ ਵਾਲੇ ਰਾਜੇ ਇਸੇ ਮਿੱਟੀ ਵਿੱਚ ਦਫਨ ਹੋਏ ਨੇ। ਰਾਵਣ ਸੇ ਮਹਿ ਰਾਵਣ ਸੇ, 10ਵੇਂ ਪਾਤਸ਼ਾਹ ਦਾ ਵੀ ਬਚਨ ਹੈ। ਰਾਵਣ ਤੇ ਕੀ, ਰਾਵਣ ਤੋਂ ਵੀ ਕਈ ਵੱਡੇ ਵੱਡੇ ਹੋਏ ਜਿਹੜੇ ਦੁਨੀਆ ਦੀ ਖਾਕ ਵਿੱਚ ਮਿਲ ਗਏ ਹਨ। ਉਹ ਤੋਂ ਨਾ ਬਲ ਜੇ ਹਮਰੇ ਮਾਹ। ਸੋ ਜੇ ਸਾਡੇ ਵਿੱਚ ਬਲ ਨਹੀਂ, ਤੂੰ ਕਹਿੰਦਾ ਵੀ ਸਾਡੇ ਵਿੱਚ ਤਾਕਤ ਕੋਈ ਨਹੀਂ, ਅਸੀਂ ਤੇ ਭੇਸ ਬਦਲ ਕੇ ਆਏ ਆ, ਤੈਨੂੰ ਛਲ ਕਰਨ ਵਾਸਤੇ, ਧੋਖਾ ਕਰਨ ਵਾਸਤੇ ਆਏ। ਜੇ ਤੂੰ ਇਹ ਗੱਲ ਸਮਝਦਾ ਹੈ, ਤੁਮ ਸਮ ਸੂਰ ਲੜਨ ਕਿਮ ਚਾਹੇ। ਤੇ ਫਿਰ ਤੇਰੇ ਵਰਗਾ ਸੂਰਮਾ ਸਾਡੇ ਨਾਲ ਕਿਵੇਂ ਲੜ ਸਕਦਾ ਹੈ? ਦੁਸ਼ਟ ਦਮਨ ਮਮ ਨਾਮ ਸਦੀਬਾ। ਸੋ ਸਾਡਾ ਨਾਮ ਹੈ ਦੁਸ਼ਟ ਦਮਨ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ, ਅਸੀਂ ਨਾਮ ਰਖਾਇਆ ਹੋਇਆ ਦੁਸ਼ਟ ਦਮਨ, ਦੁਸ਼ਟਾਂ ਨੂੰ ਡੰਡ ਦੇਣ ਵਾਲਾ, ਦੁਸ਼ਟਾਂ ਨੂੰ ਨਾਸ ਕਰਨ ਵਾਲਾ। ਅਸੀਂ ਦੁਨੀਆ ਤੇ ਆਏ ਹੀ ਹਾਂ ਪਾਪੀਆਂ ਨੂੰ ਖਪਾਉਣ ਵਾਸਤੇ, ਮਾਰਨ ਵਾਸਤੇ ਆਏ ਹਾਂ। ਪ੍ਰਗਟ ਕ੍ਰਿਸ਼ਨ ਤਨ ਮੈਂ ਅਬ ਥੀਮ। ਹੁਣ ਇਸ ਵੇਲੇ ਅਸੀਂ ਕ੍ਰਿਸ਼ਨ ਦੇ ਸਰੀਰ ਵਿੱਚ ਪੈਦਾ ਹੋਏ ਹਾਂ। ਅਸੀਂ ਤੇ ਹਰੇਕ ਯੁੱਗ ਵਿੱਚ ਹੀ ਆਏ ਹਾਂ, ਕਦੇ ਰਾਮ ਬਣ ਕੇ ਆਏ ਹਾਂ, ਕਦੇ ਕ੍ਰਿਸ਼ਨ ਬਣ ਕੇ ਆਏ ਹਾਂ, ਹਰੇਕ ਯੁੱਗ ਦੇ ਵਿੱਚ ਆਏ ਹਾਂ। ਪਰ ਆਏ ਕਾਹਦੇ ਵਾਸਤੇ ਹਾਂ? ਦੁਸ਼ਟਾਂ ਦਾ ਨਾਸ ਕਰਨ ਵਾਸਤੇ, ਪਾਪੀਆਂ ਦਾ ਨਾਸ ਕਰਨ ਵਾਸਤੇ। ਪਰ ਇਸ ਵੇਲੇ ਜਿਹੜੇ ਸਰੀਰ ਦੇ ਵਿੱਚ ਆਏ ਹਨ, ਉਹ ਸਰੀਰ ਨੂੰ ਦੁਨੀਆ ਕ੍ਰਿਸ਼ਨ ਦੇ ਨਾਮ ਦੇ ਨਾਲ ਜਾਣਦੀ ਹੈ। ਭੀਮ ਸੈਨ ਇਹ ਦੇਖੋ ਸੂਰਾ। ਆ ਮੇਰੇ ਨਾਲ ਦੂਜਾ ਬੰਦਾ ਜਿਹੜਾ ਖਲੋਤਾ ਹੈ, ਇਹ ਪਤਾ ਕੌਣ ਹੈ? ਇਹ ਹੈ ਭੀਮ ਸੈਨ। ਇਹ ਵੀ ਆਪਣੇ ਆਪ ਨੂੰ ਬੜਾ ਵੱਡਾ ਸੂਰਮਾ ਕਹਿੰਦਾ ਹੈ। ਦੁਤਿਓ ਅਰਜਨ ਲੱਖ ਬਲ ਪੂਰਾ। ਆ ਜਿਹੜਾ ਤੀਜਾ ਬੰਦਾ ਮੇਰੇ ਕੋਲ ਖਲੋਤਾ ਹੈ, ਇਹਦਾ ਨਾਮ ਅਰਜੁਨ ਹੈ। ਅਸੀਂ ਤੇਰੇ ਨਾਲ ਵਲਛਲ ਨਹੀਂ ਕਰਦੇ, ਕੇਵਲ ਤੇਰੇ ਤੱਕ ਪਹੁੰਚਣਾ ਸੀ। ਜੇ ਅਸੀਂ ਸਿੱਧੇ ਆ ਜਾਂਦੇ ਤੇ ਤੇਰੀਆਂ ਫੌਜਾਂ ਨੇ ਸਾਨੂੰ ਤੇਰੇ ਤੱਕ ਪਹੁੰਚਣ ਨਹੀਂ ਸੀ ਦੇਣਾ। ਅਸੀਂ ਤੇ ਤੇਰੇ ਤੱਕ ਪਹੁੰਚਣਾ ਚਾਹੁੰਦੇ ਸੀ, ਤਾਂ ਅਸੀਂ ਆਪਣੇ ਸਰੂਪ ਨੂੰ ਬਦਲਿਆ, ਲਿਬਾਸ ਨੂੰ ਬਦਲਿਆ। ਪਰ ਹੁਣ ਅਸੀਂ ਤੇਰੇ ਸਾਹਮਣੇ ਆ ਗਏ ਹਾਂ, ਹੁਣ ਤੇਰੇ ਨਾਲ ਅਸੀਂ ਵਲਛਲ ਨਹੀਂ ਕਰਾਂਗੇ।
ਮੇਰਾ ਨਾਮ ਕ੍ਰਿਸ਼ਨ ਹੈ, ਆ ਮੇਰੇ ਨਾਲ ਭੀਮ ਸੈਨ ਖਲੋਤਾ, ਇਧਰਲੇ ਬੰਨੇ ਅਰਜੁਨ ਖਲੋਤਾ, ਅਸੀਂ ਤੈਨੂੰ ਆਪਣੀ ਪਹਿਚਾਣ ਦੱਸ ਰਹੇ ਹਾਂ। तीनों अपने नाम बताए, ਅਸੀਂ ਤਿੰਨਾਂ ਨੇ ਆਪਣੇ ਨਾਮ ਦੱਸ ਦਿੱਤੇ ਹਨ। दोहे मह करो जो एक मन ਤੇ पाए। ਤੈਨੂੰ ਜਿਵੇਂ ਚੰਗਾ ਲੱਗਦਾ ਤੂੰ ਦੱਸ ਵੀ ਤੂੰ ਕਿਹਦੇ ਨਾਲ ਜੰਗ ਕਰਨਾ। ਅਸੀਂ ਤਿੰਨੇ ਖਲੋਤੇ ਆ, ਜਿਹੜਾ ਤੈਨੂੰ ਚੰਗਾ ਲੱਗਦਾ ਤੂੰ ਉਹਨੂੰ ਚੁਣ ਲੈਣਾ ਕਰ। तजो कैद ते भूपत सारे, ਜਾਂ ਤੇ ਸਾਡੇ ਨਾਲ ਜੰਗ ਕਰ, ਕੁਸ਼ਤੀ ਕਰ, ਤੇ ਜਾਂ ਫਿਰ ਜਿੰਨੇ ਰਾਜੇ ਕੈਦ ਕੀਤੇ ਨੇ ਉਹਨਾਂ ਨੂੰ ਰਿਹਾ ਕਰਨਾ ਕਰ। धर्मराज के चलो अगारे। ਤੇ ਫਿਰ ਜਿਹੜਾ ਧਰਮਰਾਜ ਹੈ, ਧਰਮਰਾਜ ਕਿਹਾ ਜਾਂਦਾ ਹੈ ਯੁਧਿਸ਼ਟਰ ਨੂੰ। ਧਰਮ ਦਾ ਰਾਜਾ ਸੀ, ਕਹਿਣ ਲੱਗੇ ਯੁਧਿਸ਼ਟਰ ਕਦੇ ਆਪਣੀ ਜ਼ੁਬਾਨ ਤੋਂ ਝੂਠ ਨਹੀਂ ਸੀ ਬੋਲਦਾ। ਜਦੋਂ ਬੋਲਣਾ ਸੱਚ ਬੋਲਣਾ, ਜਦੋਂ ਬੋਲਣਾ ਚੰਗੀ ਸਿੱਖਿਆ ਵਾਸਤੇ ਬੋਲਣਾ। ਸ਼ਾਸਤਰਾਂ ਦੇ ਵਿੱਚ ਬੜੀਆਂ ਸਾਖੀਆਂ ਆਉਂਦੀਆਂ ਨੇ, ਇਸ ਗੱਲ ਦੀ ਗਵਾਹੀ ਦਿੰਦੀਆਂ ਨੇ ਵੀ ਜੇ ਦੁਸ਼ਮਣ ਵੀ ਉਹਦੇ ਕੋਲ ਆ ਜਾਂਦਾ ਸੀ ਨਾ ਵੀ ਦੱਸ ਮੇਰਾ ਬਚਾਅ ਕਿਵੇਂ ਹੋਵੇਗਾ, ਤੇ ਉਹ ਕਦੇ ਦੁਸ਼ਮਣ ਨੂੰ ਵੀ ਮਾੜੀ ਰਹਿ ਨਹੀਂ ਸੀ ਦਿੰਦਾ, ਸੱਚ ਹੀ ਬੋਲਦਾ ਸੀ ਵੀ ਤੇਰਾ ਇਸ ਤਰ੍ਹਾਂ ਬਚਾਅ ਹੋ ਸਕਦਾ। ਸੋ ਇੱਥੇ ਤਾਂ ਉਸ ਨੂੰ ਧਰਮਰਾਜ ਕਿਹਾ, ਧਰਮਾਤਮਾ ਕਿਹਾ ਵੀ ਉਹ ਸੱਚ ਬੋਲਦਾ ਹੈ। ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਜਾਂ ਤੇ ਸਾਡੇ ਨਾਲ ਜੰਗ ਕਰ, ਕੁਸ਼ਤੀ ਕਰ, ਤੇ ਨਹੀਂ ਤੇ ਫਿਰ ਧਰਮਰਾਜ ਦੇ ਕੋਲ ਚੱਲ, ਭਾਵ ਕਿ ਜਿਹੜਾ ਯੁਧਿਸ਼ਟਰ ਰਾਜਾ ਨਾ ਉਹਦੇ ਕੋਲ ਚੱਲਣਾ ਕਰ। जीवो जग में रहो चिरकाला, ਤੇ ਉਹਦੇ ਕੋਲ ਜਾ ਕੇ ਮਾਫੀ ਮੰਗ ਤੇ ਰਾਜਿਆਂ ਨੂੰ ਰਿਹਾ ਕਰ ਦੇ, ਤੇ ਫਿਰ ਤੂੰ ਜਿੰਨਾ ਮਰਜ਼ੀ ਚਿਰ ਜਿਉਣਾ ਕਰ। भोगो राज आनंद विसाला, ਏਡਾ ਵੱਡਾ ਤੇਰੇ ਕੋਲ ਰਾਜ ਹੈ ਤੇ ਆਨੰਦ ਦੇ ਨਾਲ ਭੋਗਣਾ ਕਰ। नाए तो युद्ध करो हम ਜੇ साथ। ਤੈਨੂੰ ਇਹ ਗੱਲ ਮਨਜ਼ੂਰ ਨਹੀਂ ਫਿਰ ਤੈਨੂੰ ਸਾਡੇ ਨਾਲ ਜੰਗ ਕਰਨਾ ਪਵੇਗਾ। ਦੋ ਹੀ ਗੱਲਾਂ ਨੇ, ਜਿਹੜੀ ਮਰਜ਼ੀ ਮੰਨ ਲੈਣਾ ਕਰ। त्रै मह एक सौ है ਤੇ नर ਪਰ नाथ। ਤਿੰਨਾਂ ਦੇ ਨਾਲੋਂ ਤੂੰ ਇੱਕ ਦੇ ਨਾਲ ਕਰ ਸਕਦਾ, ਅਸੀਂ ਤਿੰਨੇ ਨਹੀਂ ਤੇਰੇ ਨਾਲ ਕਰਾਂਗੇ, ਤੇਰੇ ਨਾਲ ਬੇਇਨਸਾਫੀ ਨਹੀਂ ਕਰਾਂਗੇ। ਜੇ ਤੂੰ ਜੰਗ ਕਰਨੀ ਚਾਹਣਾ ਨਾ, ਕੁਸ਼ਤੀ ਕਰਨੀ ਚਾਹਣਾ, ਤੇ ਅਸੀਂ ਤਿੰਨ ਜਾਣੇ ਆ, ਤੂੰ ਜਿਹਦੇ ਨਾਲ ਮਰਜ਼ੀ ਕਰ ਸਕਦਾ ਹੈ। सुनत भूप और क्रोध बढ़ावा, ਜਦੋਂ ਇਹ ਗੱਲਾਂ ਸੁਣੀਆਂ ਜਰਾਸੰਧ ਨੇ, ਬੜਾ ਵੱਡਾ ਸੂਰਮਾ, ਬੜੀ ਤਾਕਤ ਵਾਲਾ, ਉਹਦੇ ਮਨ ਵਿੱਚ ਬੜਾ ਗੁੱਸਾ ਆਇਆ ਵੀ ਮੇਰੇ ਰਾਜ ਦੇ ਵਿੱਚ ਆ ਕੇ, ਮੇਰੇ ਘਰ ਆ ਕੇ, ਮੇਰਿਆਂ ਮਹਿਲਾਂ ਦੇ ਵਿੱਚ ਮੈਨੂੰ ਕਹਿੰਦੇ ਵੀ ਸਾਡੇ ਨਾਲ ਲੜ ਤੇ ਜਾਂ ਮਾਫੀ ਮੰਗ। ਇਹ ਗੱਲ ਸੁਣ ਕੇ ਬੜਾ ਗੁੱਸਾ ਆਇਆ ਹੈ। सभा शोर अंतर प्रविशावा, ਉਸ ਵੇਲੇ ਛੱਡ ਕੇ ਨਾ ਸਭਾ ਕਚਹਿਰੀ ਤੇ ਆਪਣੇ ਅੰਦਰ ਚਲਾ ਗਿਆ। सुत सहदेव अपनों देखा, ਇਸ ਰਾਜੇ ਦਾ ਪੁੱਤਰ ਸੀ, ਜਰਾਸੰਧ ਦੇ ਪੁੱਤਰ ਦਾ ਨਾਮ ਹੈ ਸਹਿਦੇਵ। ਉਸ ਨੂੰ ਵੇਖ ਕੇ राज तिलक अभिखेक असेखा, ਇਸ ਨੇ ਆਪਣੇ ਪੁੱਤਰ ਨੂੰ ਅੰਦਰ ਮਹਿਲਾਂ ਦੇ ਜਾ ਕੇ ਰਾਜ ਦਾ ਤਿਲਕ ਦਿੱਤਾ। ਕਹਿਣ ਲੱਗਾ ਪੁੱਤਰ ਮੈਂ ਚੱਲਿਆ ਬਾਹਰ ਲੜਨ ਵਾਸਤੇ, ਪਤਾ ਨਹੀਂ ਹੁਣ ਲੜਾਈ ਦੇ ਵਿੱਚ ਮਰਾਂ ਕਿ ਬਚਾਂ। ਜੇ ਮੈਂ ਮਰ ਗਿਆ ਤੇ ਰਾਜ ਭਾਗ ਨੂੰ ਤੂੰ ਸਾਂਭ ਲਈ, ਮੈਂ ਤੈਨੂੰ ਗੱਦੀ ਦਾ ਤਿਲਕ ਦੇ ਚੱਲਿਆ ਹਾਂ, ਪਰ ਲੜਿਆ ਹਾਂ ਮੈਂ ਪੂਰੇ ਜ਼ੋਰ ਦੇ ਨਾਲ ਲੜਨਾ, ਸਾਫ਼ ਨੀਅਤ ਦੇ ਨਾਲ ਲੜਨਾ। ਜਾਂ ਮੈਂ ਮਰਾਂਗਾ ਜਾਂ ਦੁਸ਼ਮਣ ਨੂੰ ਮਾਰਾਂਗਾ। ਜੇ ਮੈਂ ਮਰ ਗਿਆ ਤੇ ਇਹ ਰਾਜ ਭਾਗ ਤੂੰ ਸਾਂਭਣਾ ਹੈ। ਇਸ ਤਰ੍ਹਾਂ ਆਪਣੇ ਪੁੱਤਰ ਨੂੰ ਸਿੱਖਿਆ ਦੇ ਕੇ, ਰਾਜ ਗੱਦੀ ਦਾ ਤਿਲਕ ਦੇ ਕੇ, ਤੇ ਕਹਿਣ ਲੱਗੇ ਫਿਰ ਬਾਹਰ ਨਿਕਲਿਆ ਹੈ। कौन बाहर आयो हर पास, ਤੇ ਫਿਰ ਉੱਥੇ ਆ ਗਿਆ ਜਿੱਥੇ ਭਗਵਾਨ ਕ੍ਰਿਸ਼ਨ ਜੀ ਖਲੋਤੇ ਹੋਏ ਹਨ। बोलो अपनो ओज प्रकाश, ਆਪਣੀ ਤਾਕਤ ਨੂੰ ਕਰਕੇ ਨਾ ਇਕੱਠਿਆ, ਬਲ ਨੂੰ ਵਿਖਾਉਂਦਿਆਂ ਹੋਇਆਂ, ਜ਼ੋਰ ਨੂੰ ਵਿਖਾਉਂਦਿਆਂ ਹੋਇਆਂ, ਫਿਰ ਇਸ ਤਰ੍ਹਾਂ ਕਹਿਣ ਲੱਗਾ ਹੈ। तुम तीनों मुझ घर चले आए। ਕਹਿਣ ਲੱਗਾ ਵੀ ਗੱਲ ਇਹ ਹੈ ਵੀ ਤੁਸੀਂ ਤਿੰਨੇ ਜਾਣੇ ਮੇਰੇ ਘਰ ਆਏ ਹੋ। ਤੁਸੀਂ ਤਿੰਨ ਜਾਣੇ, ਭਗਵਾਨ ਕ੍ਰਿਸ਼ਨ ਜੀ, ਭੀਮ ਸੈਨ ਜੀ ਅਤੇ ਅਰਜੁਨ ਜੀ, ਤੁਸੀਂ ਤਿੰਨੇ ਜਾਣੇ ਮੇਰੇ ਘਰ ਵਿੱਚ ਆਏ ਹੋ। लरो मोहे सो क्रोध बढ़ाए, ਤੁਸੀਂ ਇਦਾਂ ਕਰੋ ਵੀ ਤਿੰਨੇ ਹੀ ਆ ਜਾਓ। ਤੁਸੀਂ ਆਖਦੇ ਹੋ ਨਾ ਮੈਂ ਇਕੱਲੇ ਦੇ ਨਾਲ, ਮੇਰੇ ਵਿੱਚ ਵੀ ਇੰਨੀ ਤਾਕਤ ਹੈ ਵੀ ਮੈਂ ਤੁਹਾਡੀਆਂ ਤਿੰਨਾਂ ਦੀਆਂ ਬਾਜ਼ੀਆਂ ਲਵਾ ਸਕਦਾ। ਤੁਸੀਂ ਆਓ, ਮੈਂ ਤੁਹਾਨੂੰ ਤਿੰਨਾਂ ਦੇ ਨਾਲ ਇਕੱਲਾ ਹੀ ਜੰਗ ਕਰਕੇ, ਕੁਸ਼ਤੀ ਕਰਕੇ ਵਿਖਾ ਦਿੰਦਾ ਹਾਂ। मैं तीनों सो एकल लर हूं, ਮੈਂ ਇਕੱਲਾ ਹੀ ਤੁਹਾਨੂੰ ਤਿੰਨਾਂ ਵਾਸਤੇ ਬਥੇਰਾ ਹਾਂ। ਜਿਹੜੇ ਮੇਰੇ ਘਰ ਤੱਕ ਪਹੁੰਚਣ ਵਾਸਤੇ ਭੇਸ ਬਦਲ ਕੇ ਆਏ ਹੋ, ਇੰਨੇ ਵਲਛਲ ਕਰਕੇ ਆਏ ਹੋ, ਮੈਂ ਸਮਝਦਾ ਵੀ ਤੁਸੀਂ ਕਪਟੀ ਲੋਕ ਹੋ, ਤੁਹਾਡੇ ਨਾਲ ਲੜਨ ਵਾਸਤੇ ਮੈਂ ਇਕੱਲਾ ਹੀ ਬਥੇਰਾ ਆ। ਇਹ ਜਰਾਸੰਧ ਰਾਜੇ ਦੇ ਬੋਲ ਸਨ ਵੀ ਤੁਸੀਂ ਤਿੰਨੇ ਹੀ ਆ ਜਾਓ, ਮੈਂ ਤੁਹਾਨੂੰ ਤਿੰਨਾਂ ਨੂੰ ਟੱਕਰ ਦੇਣ ਦੇ ਸਮਰੱਥ ਹਾਂ। महा ओज अपनों मैं धर हूं, ਮੇਰੇ ਵਿੱਚ ਇੰਨਾ ਬਲ ਹੈ ਵੀ ਮੈਂ ਤੁਹਾਡੀਆਂ ਤਿੰਨਾਂ ਦੀਆਂ ਬਾਜ਼ੀਆਂ ਜ਼ਰੂਰ ਲਵਾਵਾਂਗਾ, ਤੁਹਾਨੂੰ ਮਾਰ ਦੇਵਾਂਗਾ। ਇੰਨੀ ਮੈਂ ਆਪਣੇ ਆਪ ਦੇ ਵਿੱਚ ਸ਼ਕਤੀ ਰੱਖਦਾ ਹਾਂ, ਜਾਂ ਇੰਨਾ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਵੀ ਮੈਂ ਤੁਹਾਨੂੰ ਤਿੰਨਾਂ ਨੂੰ ਖਤਮ ਕਰ ਸਕਦਾ ਹਾਂ। तुम तीनों को करो संहार, ਮੈਂ ਤੁਹਾਨੂੰ ਤਿੰਨਾਂ ਨੂੰ ਹੀ ਮਾਰਾਂਗਾ। ਤੁਸੀਂ ਤਿੰਨੇ ਇਕੱਠੇ ਹੀ ਆਓ, ਮੇਰੇ ਨਾਲ ਜੰਗ ਕਰੋ ਤੇ ਮੈਂ ਤਿੰਨਾਂ ਨੂੰ ਮਾਰ ਦੇਵਾਂਗਾ। कह मुझको लर कह ले मार, ਜਾਂ ਫਿਰ ਤੁਸੀਂ ਤਿੰਨੇ ਜਾਣੇ ਮੈਨੂੰ ਮਾਰ ਦਿਓ। ਗੱਲ ਇੱਕ ਹੈ ਵੀ ਬਚਾਂਗਾ ਮੈਂ, ਤੇ ਜਾਂ ਤੁਸੀਂ ਤਿੰਨੇ ਬਚੋਗੇ। ਤੁਸੀਂ ਤਿੰਨੇ ਜਾਣੇ ਮੇਰੇ ਤੇ ਹਮਲਾ ਕਰੋ, ਜਾਂ ਮੈਂ ਮਰਾਂਗਾ
ਤੁਸੀਂ ਬਚੋਗੇ ਜਾਂ ਤੁਸੀਂ ਮਰੋਗੇ ਤੇ ਮੈਂ ਬਚ ਜਾਵਾਂਗਾ। ਸੁਨ ਘਨ ਸ਼ਿਆਮ ਉਚਾਰਨ ਕੀ। ਉਸ ਵੇਲੇ ਸੁਣੇ ਬਚਨ ਜਰਾਸੰਧ ਰਾਜੇ ਦੇ ਸੂਰਮਿਆਂ ਵਾਲੇ ਬਚਨ ਨੇ। ਸੁਣ ਕੇ ਬਚਨ ਭਗਵਾਨ ਕ੍ਰਿਸ਼ਨ ਜੀ ਫਿਰ ਕਹਿਣ ਲੱਗੇ ਹਨ, ਏਕਲ ਸੋਹਮ ਲਰੈ ਜੇ ਤੀਨ। ਕਹਿਣ ਲੱਗੇ ਵੀ ਤੂੰ ਇਹ ਕੱਲਾ, ਅਸੀਂ ਆ ਤਿੰਨ ਜਾਣੇ, ਜੇ ਅਸੀਂ ਤਿੰਨੇ ਤੇਰੇ ਨਾਲ ਲੜੀਏ ਦੁਨੀਆ ਦੇ ਵਿੱਚ ਇੱਕ ਇਤਿਹਾਸ ਬਣਨਾ ਹੈ, ਗ੍ਰੰਥਾਂ ਵਿੱਚ ਲਿਖਿਆ ਜਾਣਾ। ਜੇ ਅਸੀਂ ਤਿੰਨੇ ਜਾਣੇ ਤੇਰੇ ਨਾਲ ਲੜਦੇ ਹਾਂ, ਹੈ ਅਨੁਚਿਤ ਕਰੈ ਕੋ ਐਸੇ। ਇਹ ਗੱਲ ਉਚਿਤ ਨਹੀਂ ਹੋਵੇਗੀ, ਯੋਗ ਨਹੀਂ ਹੋਵੇਗੀ। ਆਉਣ ਵਾਲੇ ਸਮੇਂ ਵਿੱਚ ਦੁਨੀਆ ਕੀ ਆਖੇਗੀ? ਇੱਕ ਸਮੇਂ ਦਾ ਭਗਵਾਨ ਹੋਵੇ, ਅਵਤਾਰ ਹੋਵੇ, ਨਾਲ ਐਡਾ ਵੱਡਾ ਸੂਰਮਾ ਭੀਮ ਸੈਨ ਹੋਵੇ, ਤੀਰ ਅੰਦਾਜ਼ੀ ਦੇ ਵਿੱਚ ਬੜਾ ਮਾਹਰ ਬੰਦਾ ਅਰਜੁਨ ਹੋਵੇ, ਤੇ ਤਿੰਨ ਬੰਦੇ ਇੱਕ ਬੰਦੇ ਨਾਲ ਲੜੇ। ਲਿਖਿਆ ਜਾਏਗਾ ਇਤਿਹਾਸ, ਪਰ ਇਹ ਗੱਲ ਬਰਾਬਰ ਨਹੀਂ ਬੈਠੇਗੀ, ਯੋਗ ਨਹੀਂ ਬੈਠਦੀ ਹੈ। ਨਿਰਬਲ ਹੋਏ ਕਰਤ ਬਿਦ ਤੈਸੇ। ਤੇ ਇਹ ਤੇ ਜਿਹੜੇ ਕਮਜ਼ੋਰ ਲੋਕ ਹੁੰਦੇ ਨੇ ਨਾ, ਮਾੜੇ ਲੋਕ ਹੁੰਦੇ, ਉਹ ਇਸ ਤਰ੍ਹਾਂ ਕਰਦੇ ਨੇ ਵੀ ਇੱਕ ਬੰਦੇ ਨੂੰ ਬਹੁਤੇ ਪੈ ਗਏ। ਇਹ ਸੂਰਮਿਆਂ ਵਾਲੀ ਗੱਲ ਨਹੀਂ ਹੈ। ਸੂਰਮੇ ਇਸ ਤਰ੍ਹਾਂ ਨਹੀਂ ਕਰਦੇ। ਜਿਹੜੇ ਕਮਜ਼ੋਰ ਲੋਕ ਹੁੰਦੇ ਨੇ ਉਹ ਬਹੁਤੀ ਗਿਣਤੀ ਇਕੱਠੀ ਕਰਕੇ ਤੇ ਫਿਰ ਆਪਣਾ ਜਿਹੜਾ ਹਮਲਾ ਕਰਦੇ ਹਨ। ਹਮ ਤੇ ਆਪਣਾ ਬਾਲ ਲੱਗ ਜਾਣ। ਇਸ ਕਰਕੇ ਅਸੀਂ ਕਿਵੇਂ ਜਾਣੀਏ ਵੀ ਤੇਰੇ ਨਾਲੋਂ ਸਾਡਾ ਜ਼ੋਰ ਘੱਟ ਹੈ? ਜੇ ਤੂੰ ਇਹ ਗੱਲ ਕਰ ਸਕਦਾ, ਤੈਨੂੰ ਇੰਨਾ ਆਤਮ ਵਿਸ਼ਵਾਸ ਹੈ ਵੀ ਤੂੰ ਸਾਡੇ ਤਿੰਨਾਂ ਨਾਲ ਲੜ ਸਕਦਾ, ਤੇ ਜੇ ਅਸੀਂ ਹੁਣ ਤਿੰਨੇ ਤੇਰੇ ਨਾਲ ਲੜੀਏ ਤੇ ਫਿਰ ਇਹ ਗੱਲ ਸਾਨੂੰ ਮੰਨਣੀ ਪਵੇਗੀ ਨਾ ਆਪਣੇ ਮਨ ਦੇ ਵਿੱਚ ਵੀ ਅਸੀਂ ਤੇਰੇ ਨਾਲੋਂ ਮਾੜੇ ਤੇ ਤੂੰ ਸਾਡੇ ਨਾਲੋਂ ਤਗੜਾ। ਪਰ ਇਹ ਗੱਲ ਅਸੀਂ ਕਿਵੇਂ ਮੰਨ ਲਈਏ ਵੀ ਅਸੀਂ ਤੇਰੇ ਨਾਲੋਂ ਕਮਜ਼ੋਰ ਹਾਂ? ਇੱਕ ਕੋ ਜਾਚ ਲਿਓ ਬੁੱਧਵਾਨ। ਹਾਂ, ਮੈਂ ਤੈਨੂੰ ਮੌਕਾ ਦਿੰਦਾ ਹਾਂ। ਮੌਕਾ ਕੀ ਹੈ? ਤੂੰ ਸਾਡੇ ਤਿੰਨਾਂ ਵਿੱਚੋਂ ਇੱਕ ਦੀ ਮੰਗ ਕਰ, ਤੂੰ ਚੁਣ ਵੀ ਤੈਨੂੰ ਕਿਹੜਾ ਚਾਹੀਦਾ। ਅਸੀਂ ਤੇਰੇ ਨਾਲ ਤਿੰਨੇ ਨਹੀਂ ਲੜਾਂਗੇ, ਜਾਂ ਅਸੀਂ ਇਹ ਵੀ ਫੈਸਲਾ ਨਹੀਂ ਕਰਾਂਗੇ ਵੀ ਮੈਂ ਲੜਾਂ। ਨਹੀਂ, ਅਸੀਂ ਤਿੰਨ ਆਏ ਆ। ਤੂੰ ਦੱਸ ਵੀ ਤਿੰਨਾਂ ਦੇ ਵਿੱਚੋਂ ਕਿਹਦੇ ਨਾਲ ਤੂੰ ਲੜਨਾ ਚਾਹੁੰਦਾ। ਤੂੰ ਆਪਣੇ ਆਪ ਇਹ ਫੈਸਲਾ ਦੇ। ਜਿਹਨੂੰ ਤੂੰ ਚੁਣੇਗਾ ਉਹਦੇ ਨਾਲ ਫਿਰ ਹੋਵੇਗਾ ਮੈਦਾਨ, ਉਹਦੇ ਨਾਲ ਫਿਰ ਸਾਰੇ ਕਾਰਜ ਹੋਣਗੇ। ਦੋਨੋਂ ਲੜੈ ਨਾ ਬੋਲੇ ਔਰ। ਤੁਸੀਂ ਦੋਨੇ ਜਾਣੇ ਹੀ ਲੜੋਗੇ। ਇੱਕ ਤੇ ਜਰਾਸੰਧ ਨੇ ਲੜਨਾ, ਦੂਜਾ ਬੰਦਾ ਉਹ ਹੈ ਜਿਸ ਨੂੰ ਜਰਾਸੰਧ ਨੇ ਚੁਣਨਾ ਹੈ ਵੀ ਇਹ ਬੰਦਾ ਮੇਰੇ ਨਾਲ ਕੁਸ਼ਤੀ ਕਰੇ। ਦੋਨੇ ਜਾਣੇ ਲੜੋਗੇ। ਨਾ ਤੇਰੀਆਂ ਫੌਜਾਂ ਮਗਰ ਆਉਣਗੀਆਂ, ਨਾ ਤੇਰੇ ਮੀਰ ਵਜ਼ੀਰ ਮਗਰ ਆਉਣਗੇ, ਨਾ ਅਸੀਂ ਮਗਰ ਆਵਾਂਗੇ, ਕੇਵਲ ਵੇਖਾਂਗੇ ਪਾਸੇ ਬੈਠ ਕੇ। ਪਰ ਇਹ ਸੂਰਮਿਆਂ ਦਾ ਜੰਗ ਹੋਣਾ ਹੈ। ਬਲ ਵਿਸਾਲ ਸੋ ਸੰਗਰ ਠੌਰ। ਤੇ ਬੜੇ ਬਲ ਦੇ ਨਾਲ, ਬੜੇ ਜ਼ੋਰ ਦੇ ਨਾਲ ਇਹ ਭਿਆਨਕ ਜੰਗ ਜਿਹੜਾ ਅਸੀਂ ਵੀ ਤੇ ਜਿੰਨੇ ਲੋਕ ਨੇ ਤਮਾਮ ਉਹ ਵੇਖਣਗੇ ਵੀ ਜਰਾਸੰਧ ਕਿਵੇਂ ਲੜਿਆ ਹੈ। ਜਰਾਸੰਧ ਤਬ ਬਾਕ ਉਚਾਰੇ। ਉਸ ਵੇਲੇ ਜਰਾਸੰਧ ਨੇ ਸੁਣੀਆਂ ਨਾ ਗੱਲਾਂ, ਨਾਲ ਨਾਲ ਜੋਸ਼ ਆਉਂਦਾ ਪਿਆ, ਕ੍ਰੋਧ ਵੀ ਆਉਂਦਾ ਪਿਆ। ਸੁਣ ਕੇ ਇੰਨੀਆਂ ਗੱਲਾਂ ਤੇ ਫਿਰ ਜਰਾਸੰਧ ਰਾਜੇ ਨੇ ਅੱਗੋਂ ਜਵਾਬ ਦਿੱਤਾ ਹੈ। ਤੁਮ ਬਹੁ ਬਾਰ ਮੋਹ ਤੇ ਹਾਰੇ। ਕਹਿਣ ਲੱਗਾ, ਉਹ ਕ੍ਰਿਸ਼ਨ, ਹੋ ਸਕਦਾ ਤੂੰ ਦੁਨੀਆ ਦਾ ਭਗਵਾਨ ਹੋਵੇਂਗਾ, ਪਰ ਤੇਰੇ ਨਾਲ ਮੈਂ ਨਹੀਂ ਲੜਨਾ। ਕਿਉਂ ਨਹੀਂ ਲੜਨਾ? ਕਹਿਣ ਲੱਗਾ, ਕਈ ਵਾਰੀ ਤੈਨੂੰ ਜੰਗ ਦੇ ਮੈਦਾਨ ਵਿੱਚੋਂ ਭਜਾਇਆ ਮੈਂ, ਕਈ ਵਾਰੀ ਤੂੰ ਮੇਰੇ ਅੱਗੇ ਲਾ ਕੇ ਦੌੜਿਆ। ਜਿਹੜਾ ਇੱਕ ਵਾਰੀ ਨਹੀਂ ਕਈ ਵਾਰੀ ਮੇਰੇ ਕੋਲੋਂ ਹਾਰਿਆ ਤੇ ਮੈਂ ਉਹਦੇ ਨਾਲ ਕਿਉਂ ਲੜਾਂ? ਹੁਣ ਤੀਜੀ ਵਾਰੀ ਫਿਰ ਤੂੰ ਭੱਜ ਜਾਣਾ ਮੇਰੇ ਅੱਗੇ ਲਾ ਕੇ। ਤੇਰੇ ਨਾਲ ਮੈਂ ਜੰਗ ਕਰਨਾ ਠੀਕ ਨਹੀਂ ਸਮਝਦਾ। ਕਾਰਨ ਇਹ ਹੈ, ਤੈਨੂੰ ਮੈਂ ਕਈ ਵਾਰੀ ਅੱਗੇ ਹਰਾ ਚੁੱਕਾ ਹਾਂ। ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ ਸੀ, ਜਦੋਂ ਮਰਿਆ ਸੀ ਨਾ ਕੰਸ, ਤੇ ਕੰਸ ਦੀ ਘਰਵਾਲੀ ਨੇ ਜਾ ਕੇ ਦੱਸਿਆ ਸੀ ਜਰਾਸੰਧ ਨੂੰ ਵੀ ਮੇਰੇ ਪਤੀ ਨੂੰ ਕ੍ਰਿਸ਼ਨ ਜੀਆਂ ਨੇ ਮਾਰਿਆ, ਤੇ ਆਪਣੇ ਜਵਾਈ ਦਾ ਮਰਿਆ ਸੁਣ ਕੇ ਉਸ ਵੇਲੇ ਜਰਾਸੰਧ ਆਇਆ ਸੀ ਫੌਜ ਲੈ ਕੇ, ਤੇ ਭਗਵਾਨ ਕ੍ਰਿਸ਼ਨ ਜੀਆਂ ਨੂੰ ਇਲਾਕਾ ਹੀ ਛੱਡਣਾ ਪੈ ਗਿਆ। ਉਹ ਜਗ੍ਹਾ, ਉਹ ਸ਼ਹਿਰ ਛੱਡ ਕੇ ਪਿੱਛੇ ਹਟਣਾ ਪਿਆ। ਕਈ ਵਾਰੀ ਜੰਗ ਹੋਇਆ ਤੇ ਕਈ ਵਾਰੀ ਜੰਗ ਦੇ ਮੈਦਾਨ ਦੇ ਵਿੱਚ ਹਾਰ ਦਾ ਮੂੰਹ ਵੇਖਿਆ। ਉਹ ਹੁਣ ਇੱਥੇ ਉਹਨੇ ਮਿਹਣਾ ਮਾਰਿਆ, ਬੋਲੀ ਮਾਰੀ, ਕਹਿਣ ਲੱਗਾ, ਤੂੰ ਇੱਕ ਪਾਸੇ ਤੇ ਕਹਿਣਾ ਵੀ ਤਿੰਨਾਂ ਨਾਲ ਜਿਹਦੇ ਨਾਲ ਮਰਜ਼ੀ ਮੈਂ ਕੁਸ਼ਤੀ ਕਰਾਂ, ਜੰਗ ਕਰਾਂ, ਪਰ ਤਿੰਨਾਂ ਵਿੱਚੋਂ ਪਹਿਲਾ ਨੰਬਰ ਤੇ ਤੇਰਾ, ਤੈਨੂੰ ਤੇ ਕਈ ਵਾਰੀ ਅੱਗੇ ਭਜਾ ਚੁੱਕਿਆ ਜੰਗ ਦੇ ਮੈਦਾਨ ਵਿੱਚੋਂ। ਜਿਹੜਾ ਕਈ ਵਾਰੀ ਮੇਰੇ ਤੋਂ ਅੱਗੇ ਲਾ ਕੇ ਭੱਜਾ ਉਹਦੇ ਨਾਲ ਮੈਂ ਦੁਬਾਰਾ ਜੰਗ ਕਰਨੀ ਠੀਕ ਨਹੀਂ ਸਮਝਦਾ ਹਾਂ। ਕਰਿਓ ਪੁਲਾਵਨ ਬਾਰ 17। ਮੈਂ ਇੱਕ ਵਾਰੀ ਨਹੀਂ, ਤੈਨੂੰ 17 ਵਾਰੀ ਜੰਗ ਵਿੱਚੋਂ ਭਜਾਇਆ, ਇੱਕ ਵਾਰੀ ਨਹੀਂ। ਇੱਕ ਵਾਰੀ ਤੇ ਬੰਦਾ ਕਹਿੰਦਾ ਨਾ ਮੇਰਾ ਦਾ ਨਹੀਂ ਲੱਗਾ, ਮੈਂ ਤਿਆਰ ਨਹੀਂ ਸੀ, ਮੈਨੂੰ ਪਤਾ ਨਹੀਂ ਲੱਗਾ, ਦੂਜਾ ਮੌਕਾ ਦਿਓ, ਮੈਂ ਬੜਾ ਕੁਝ ਕਰਕੇ ਵਿਖਾਵਾਂਗਾ। ਤੇ ਜਰਾਸੰਧ ਕਹਿ ਰਿਹਾ, ਤੈਨੂੰ ਇੱਕ ਨਹੀਂ, ਦੋ ਨਹੀਂ, 17 ਵਾਰੀ ਮੈਂ ਜੰਗ ਦੇ ਵਿੱਚੋਂ ਭਜਾਇਆ। 17 ਵਾਰੀ ਤੂੰ ਮੇਰੇ ਅੱਗੇ ਲਾ ਕੇ ਭੱਜਾ ਜਾਨ ਬਚਾਉਣ ਵਾਸਤੇ। ਤੇ ਕੀ ਤੂੰ ਭੱਜਣ ਦਾ ਰਿਕਾਰਡ ਬਣਾਉਣਾ ਵੀ 17 ਵਾਰੀ ਭੱਜਾ ਤੇ 18ਵੀਂ ਵਾਰੀ ਫਿਰ ਭੱਜਣਾ ਚਾਹਣਾ ਮੇਰੇ ਅੱਗੇ ਲੱਗ ਕੇ?
ਨਹੀਂ, ਜਿਹੜਾ 17 ਵਾਰੀ ਭੱਜ ਚੁੱਕਿਆ ਉਹਦੇ ਨਾਲ ਹੁਣ ਮੈਂ ਜੰਗ ਕਰਨੀ ਠੀਕ ਨਹੀਂ ਸਮਝਦਾ ਹਾਂ। ਮਥੁਰਾ ਤਿਆਗੀ ਆਨ ਪਧਾਰਾ। ਜਦੋਂ ਮੈਂ ਫੌਜਾਂ ਲੈ ਕੇ ਚੜ੍ਹਿਆ ਸੀ ਨਾ ਮਥੁਰਾ ਸ਼ਹਿਰ ਦੇ ਉੱਪਰ, ਜਦੋਂ ਮੇਰੇ ਜਵਾਈ ਨੂੰ ਮਾਰਿਆ ਸੀ ਤੇ ਉਸ ਵੇਲੇ ਤੂੰ ਮੇਰਾ ਆਉਣਾ ਸੁਣ ਕੇ ਤੇ ਮਥੁਰਾ ਸ਼ਹਿਰ ਛੱਡ ਕੇ ਹੀ ਦੌੜ ਗਿਆ ਸੀ, ਕਿਸੇ ਬੰਨੇ ਹੋਰ ਥਾਂ ਤੇ ਚਲਾ ਗਿਆ। ਤੂੰ ਤੇ ਮੈਨੂੰ ਵੇਖ ਕੇ ਭੱਜ ਜਾਂਦਾ ਹੈ। ਸੋ ਲੜਤ ਲਾਜ ਮੋਹਿਆ। ਮੈਨੂੰ ਸ਼ਰਮ ਆਉਂਦੀ ਹੈ, ਤੇਰੇ ਵਰਗੇ ਬੰਦੇ ਨਾਲ ਮੈਂ ਲੜਾਂ, ਮੈਨੂੰ ਸ਼ਰਮ ਨਾ ਆਵੇਗੀ? ਦੁਨੀਆ ਕੀ ਆਖੇਗੀ ਵੀ 17 ਵਾਰੀ ਹਰਾਉਣ ਤੋਂ ਮਗਰੋਂ 18ਵੀਂ ਵਾਰ ਫਿਰ ਉਸੇ ਨਾਲ ਹੀ ਜੰਗ ਕੀਤਾ। ਮੈਂ ਆਪਣੇ ਆਪ ਨੂੰ ਸੂਰਮਾ ਸਮਝਦਾ, ਤੈਨੂੰ ਮੈਂ ਕਾਇਰ ਸਮਝਦਾ ਹਾਂ, ਡਰਪੋਕ ਸਮਝਦਾ, ਜਿਹੜਾ ਕਈ ਵਾਰੀ ਮੇਰੇ ਅੱਗੇ ਲੱਗ ਕੇ ਭੱਜਾ। ਇਸ ਕਰਕੇ ਜਰਾਸੰਧ ਦੇ ਬੋਲ ਨੇ ਕਹਿਣ ਲੱਗਾ, ਤੇਰੇ ਨਾਲ ਲੜਦਿਆਂ ਵੀ ਮੈਨੂੰ ਹੁਣ ਸ਼ਰਮ ਆਉਂਦੀ ਹੈ, ਮੈਂ ਤੇਰੇ ਨਾਲ ਲੜਨਾ ਠੀਕ ਨਹੀਂ ਸਮਝਦਾ ਹਾਂ। ਬਸਿਓ ਦਵਾਰਕਾ ਤਜ ਰਣ ਥਾਵੇਂ। ਤੇ ਤੂੰ ਛੱਡ ਕੇ ਮਥੁਰਾ ਨੂੰ ਮੇਰੇ ਡਰ ਤੋਂ ਭੱਜ ਕੇ ਤੇ ਜਾ ਕੇ ਦਵਾਰਕਾ ਵਿੱਚ ਵਸਿਆ, ਉੱਥੇ ਜਾ ਕੇ ਆਪਣਾ ਘਰ ਬਣਾ ਕੇ ਰਹਿਣਾ ਕੀਤਾ। ਇੰਨੀ ਵਾਰੀ ਭਜਾਇਆ, ਇੰਨੀ ਵਾਰੀ ਦੌੜਿਆ, ਹੁਣ ਜੇ ਤੇਰੇ ਨਾਲ ਜੰਗ ਕਰਾਂਗਾ ਮੈਨੂੰ ਆਪ ਨੂੰ ਸ਼ਰਮ ਆਉਂਦੀ ਹੈ। ਇੰਨੀ ਵਾਰੀ ਹਾਰੇ ਨਾਲ ਦੁਬਾਰਾ ਕੀ ਲੜਨਾ ਹੈ? ਤੈਨੂੰ ਤੇ ਮਥੁਰਾ ਵਿੱਚੋਂ ਭਜਾ ਕੇ ਮੈਂ ਦਵਾਰਕਾ ਤੱਕ ਧੱਕ ਦਿੱਤਾ ਸੀ, ਇਸ ਕਰਕੇ ਤੇਰੇ ਨਾਲ ਮੈਂ ਲੜਨਾ ਨਹੀਂ ਹੈ। ਵੱਡੋ ਨਿਲਾਜ ਸਦਾ ਤੁਮ ਜਾਣੀ। ਮੈਂ ਜਾਣਦਾ ਵੀ ਤੇਰੇ ਵਰਗਾ ਬਸ਼ਰਮ ਬੰਦਾ ਕੋਈ ਨਹੀਂ ਹੋ ਸਕਦਾ, ਕਿਉਂਕਿ ਸੂਰਮੇ ਨੇ ਨਾ ਹੁਣ ਗੁੱਸਾ ਆਇਆ, ਕ੍ਰੋਧ ਆਇਆ ਵੀ ਮੇਰੇ ਘਰ ਵਿੱਚ ਆ ਕੇ ਮੈਨੂੰ ਲਲਕਾਰਿਆ, ਮੈਂ ਔਕਾਤ ਤੇ ਵਿਖਾਵਾਂ ਵੀ ਤੇਰੀ ਔਕਾਤ ਕੀ ਹੈ। ਜਰਾਸੰਧ ਕਹਿ ਰਿਹਾ, ਕਹਿਣ ਲੱਗਾ ਵੀ ਮੈਂ ਜਾਣਦਾ ਵੀ ਤੇਰੇ ਵਰਗਾ ਨਿਰਲੱਜ ਬੰਦਾ ਦੁਨੀਆ ਤੇ ਦੂਜਾ ਕੋਈ ਨਹੀਂ ਹੋ ਸਕਦਾ, ਬੇਸ਼ਰਮ ਬੰਦਾ ਦੂਜਾ ਕੋਈ ਨਹੀਂ ਹੋ ਸਕਦਾ, ਜਿਹੜਾ ਇੱਕ ਵਾਰੀ ਹਾਰਿਆ ਦੂਜੀ ਵਾਰੀ ਫੇਰ ਆ ਗਿਆ, ਦੂਜੀ ਵਾਰੀ ਹਾਰਿਆ ਤੀਜੀ ਵਾਰੀ ਫੇਰ ਆ ਗਿਆ। ਮੈਂ ਜਾਣਦਾ ਹਾਂ ਵੀ ਤੂੰ ਬਹੁਤ ਜ਼ਿਆਦਾ ਨਿਰਲੱਜ ਹੈ, ਇਸ ਕਰਕੇ ਮੈਂ ਤੇਰੇ ਨਾਲ ਜੰਗ ਕਰਨੀ ਠੀਕ ਨਹੀਂ ਸਮਝਦਾ ਹਾਂ। ਮਹਾਪੀਰ ਜੋਧਨ ਮੈਂ ਗਨੀਅਤ। ਤੇ ਇਸ ਤਰ੍ਹਾਂ ਮਹਾਪੀਰ ਜਿਹੜੇ ਵੱਡੇ ਕਾਇਰ ਨੇ ਨਾ, ਉਹਨਾਂ ਕਾਇਰਾਂ ਦੇ ਵਿੱਚ ਮੈਂ ਤੇਰੀ ਗਿਣਤੀ ਕਰਦਾ। ਜਿਹੜੇ ਡਰਪੋਕ ਹੁੰਦੇ ਨਾ, ਜੰਗ ਦਾ ਮੈਦਾਨ ਛੱਡ ਕੇ ਸੁਣ ਕੇ ਭੱਜਣ ਵਾਲੇ ਕਾਇਰ ਜਿਨ੍ਹਾਂ ਨੂੰ ਆਖਿਆ ਜਾਂਦਾ, ਡਰਪੋਕ ਆਖਿਆ ਜਾਂਦਾ, ਉਹਨਾਂ ਬੰਦਿਆਂ ਦੇ ਵਿੱਚ ਮੈਂ ਤੇਰੀ ਗਿਣਤੀ ਕਰਦਾ। ਤੂੰ ਕਹਿੰਦਾ ਤੇ ਹੋਵੇਂਗਾ ਵੀ ਮੈਂ ਸਮੇਂ ਦਾ ਭਗਵਾਨ ਆ, ਸਮੇਂ ਦਾ ਅਵਤਾਰ ਆ, ਮੇਰੇ ਵਿੱਚ ਬੜਾ ਬਲ ਹੈ, ਮੇਰੇ ਵਿੱਚ ਬੜੀਆਂ ਸ਼ਕਤੀਆਂ ਨੇ, ਪਰ ਮੇਰੇ ਮਨ ਦੇ ਵਿੱਚ, ਮੇਰੀ ਸੋਚ ਦੇ ਵਿੱਚ ਤੇਰੀ ਗਿਣਤੀ ਡਰਪੋਕਾਂ ਦੇ ਵਿੱਚ ਹੈ, ਕਾਇਰਾਂ ਦੇ ਵਿੱਚ ਹੈ, ਭੱਜਣ ਵਾਲਿਆਂ ਦੀ ਗਿਣਤੀ ਵਿੱਚ ਮੈਂ ਤੈਨੂੰ ਮੂਹਰੇ ਰੱਖਦਾ ਵੀ ਤੂੰ ਹੈ ਉਹ ਬੰਦਾ ਜਿਹੜਾ ਸਭ ਤੋਂ ਵੱਧ ਮੇਰੇ ਅੱਗੇ ਲਾ ਕੇ ਦੌੜਿਆ ਹੈ। ਅਰਜਨ ਧਨ ਵਿਦਿਆ ਮੈਂ ਮਹਾ। ਹੁਣ ਇੱਕ ਨੂੰ ਤੇ ਉਸਨੇ ਰਿਜੈਕਟ ਕਰ ਦਿੱਤਾ, ਪਰੇ ਕਰ ਦਿੱਤਾ ਵੀ ਤਿੰਨ ਬੰਦੇ ਨੇ ਆਖਿਆ ਸੀ, ਤਿੰਨਾਂ ਵਿੱਚੋਂ ਚੋਲਾ ਕਿਹੜਾ ਜੰਗ ਕਰੇਗਾ। ਤੇ ਕ੍ਰਿਸ਼ਨ ਨੂੰ ਕਹਿਣ ਲੱਗਾ ਵੀ 17 ਵਾਰੀ ਮੈਂ ਹਰਾਇਆ, ਮੈਂ ਇਹਨੂੰ ਕਾਇਰ ਸਮਝਦਾ, ਇਹਦੇ ਨਾਲ ਮੈਂ ਨਹੀਂ ਲੜਨਾ, ਉਹਨੂੰ ਪਾਸੇ ਕਰ ਦਿੱਤਾ। ਦੂਜਾ ਨੰਬਰ ਆ ਗਿਆ ਅਰਜੁਨ ਦਾ। ਕਹਿਣ ਲੱਗਾ ਇਹ ਜਿਹੜਾ ਅਰਜੁਨ ਹੈ ਇਹ ਤੀਰ ਕਮਾਨ ਦੀ ਵਿਦਿਆ ਵਿੱਚ ਬੜਾ ਆਪਣੇ ਆਪ ਨੂੰ ਸਿਆਣਾ ਸਮਝਦਾ ਵੀ ਮੇਰੇ ਕੋਲ ਤੀਰ ਅੰਦਾਜ਼ੀ ਬਹੁਤ ਵੱਡੀ ਹੈ, ਸ਼ੋਰਤ ਬਾਣ ਦੂਰ ਰਿਪ ਜਹਾਂ। ਪਰ ਸੂਰਮਾ ਤੇ ਸਮਝਦਾ, ਪਰ ਮੈਂ ਇਹਨੂੰ ਸੂਰਮਾ ਨਹੀਂ ਸਮਝਦਾ। ਕਿਉਂ ਨਹੀਂ ਸਮਝਦਾ? ਕਿਉਂਕਿ ਦੁਸ਼ਮਣ ਤੇ ਵਾਰ ਕਰਦਾ ਦੂਰੋਂ ਖਲੋ ਕੇ। ਇਹਦੀ ਵੀ ਹਿੰਮਤ ਨਹੀਂ ਪੈਂਦੀ ਵੀ ਦੁਸ਼ਮਣ ਦੇ ਸੀਨੇ ਆ ਕੇ ਚੜ੍ਹਾਂ, ਦੁਸ਼ਮਣ ਦੇ ਸਾਹਮਣੇ ਹੋ ਕੇ ਲੜਾਂ। ਆਪਣੇ ਆਪ ਨੂੰ ਬੜਾ ਵੱਡਾ ਧਨੁਧਾਰੀ ਸਮਝਦਾ, ਬੜਾ ਵੱਡਾ ਤੀਰ ਅੰਦਾਜ਼ ਸਮਝਦਾ, ਪਰ ਜਦੋਂ ਲੜਦਾ ਦੂਰੋਂ ਖਲੋ ਕੇ ਲੜਦਾ, ਦੁਸ਼ਮਣ ਦੇ ਨੇੜੇ ਨਹੀਂ ਜਾਂਦਾ। ਮੈਂ ਇਹਨੂੰ ਵੀ ਡਰਪੋਕ ਹੀ ਸਮਝਦਾ ਹਾਂ ਵੀ ਜੇ ਲੜਨਾ ਤੇ ਫਿਰ ਸਾਹਮਣੇ ਹੋ ਕੇ ਲੜ, ਜਾਂ ਮਾਰ ਤੇ ਜਾਂ ਮਰ, ਜਾਂ ਸਿਰ ਵੱਢ ਤੇ ਜਾਂ ਆਪਣਾ ਸਿਰ ਵਢਾ, ਪਰ ਦੂਰੋਂ ਖਲੋ ਕੇ ਲੜਨਾ, ਬੰਦੂਕ ਚਲਾ ਦੇਣੀ, ਦੂਰੋਂ ਖਲੋ ਕੇ ਤੀਰ ਚਲਾ ਦੇਣਾ। ਲੋਕੇ ਤੇ ਵੱਡੇ ਤੋਂ ਵੱਡੇ ਸੂਰਮੇ ਨੂੰ ਵੀ ਨਿੱਕੇ ਤੋਂ ਨਿੱਕਾ ਸੂਰਮਾ ਵੀ ਮਾਰ ਸਕਦਾ। ਲੋਕੇ ਮਾਰਿਆ ਤੇ ਕੀ ਮਾਰਿਆ, ਛਿਪਕੇ ਮਾਰਿਆ ਤੇ ਕੀ ਮਾਰਿਆ। ਕਹਿਣ ਲੱਗੇ ਜਦੋਂ ਭਗਵਾਨ ਰਾਮ ਜੀਆਂ ਨੇ ਤੀਰ ਚਲਾਇਆ ਸੀ ਨਾ ਬਾਲੀ ਦੇ ਉੱਪਰ, ਬਾਲੀ ਤੇ ਸੁਗਰੀਵ ਭਰਾ ਸਨ, ਤੇ ਤੀਰ ਚਲਾਇਆ ਲੁਕ ਕੇ, ਕਿਉਂਕਿ ਉਹਦੇ ਕੋਲ ਇੱਕ ਵਰ ਸੀ, ਉਹਨੇ ਤਪ ਕਰਕੇ ਇੱਕ ਵਰ ਇਹੋ ਜਿਹਾ ਲੈ ਲਿਆ ਜਿਹੜਾ ਮੇਰੇ ਸਾਹਮਣੇ ਆ ਕੇ ਲੜੇਗਾ ਉਹਦੀ ਅੱਧੀ ਤਾਕਤ ਮੇਰੇ ਵਿੱਚ ਆ ਜਾਏਗੀ। ਸਮੇਂ ਦੇ ਅਵਤਾਰ ਸਨ ਰਾਮਚੰਦਰ ਦੀ। ਸੋਚਿਆ ਜੇ ਇਹਦੇ ਸਾਹਮਣੇ ਚਲੇ ਗਏ ਸਾਡੀ ਅੱਧੀਆਂ ਸ਼ਕਤੀਆਂ, ਅੱਧੀ ਤਾਕਤ ਇਹਦੇ ਵਿੱਚ ਚਲੇ ਜਾਣੀ ਹੈ, ਇਹਨੇ ਡਿਉੜਾ ਹੋ ਜਾਣਾ, ਅਸੀਂ ਅੱਧੇ ਰਹਿ ਜਾਣਾ, ਸਾਹਮਣੇ ਨਹੀਂ ਲੜਨਾ ਬਣਦਾ। ਛਿਪ ਕੇ ਤੀਰ ਮਾਰਿਆ ਲੁਕ ਕੇ ਮਾਰਨ ਵਾਸਤੇ, ਤੇ ਜਦੋਂ ਤੀਰ ਵੱਜਾ ਤੇ ਡਿੱਗਿਆ ਬਾਲੀ ਧਰਤੀ ਤੇ
ਤੇ ਉਸ ਵੇਲੇ ਪਤਾ ਲੱਗਾ ਵੀ ਇਹ ਸਮੇਂ ਦੇ ਅਵਤਾਰ ਨੇ, ਰਾਮ ਜੀਆਂ ਨੇ ਤੀਰ ਮਾਰਿਆ ਹੈ। ਤੇ ਉਸ ਵੇਲੇ ਬਾਲੀ ਨੇ ਆਖਿਆ ਸੀ, ਕਹਿਣ ਲੱਗਾ ਅਵਤਾਰ ਹੋਵੇਗਾ ਵੱਖਰੀ ਗੱਲ ਹੈ, ਪਰ ਸਵਾਦ ਤੇ ਤਾਂ ਸੀ ਜੇ ਸਾਹਮਣੇ ਆ ਕੇ ਲੜਦਾ। ਛੁਪ ਕੇ ਕਹਿਰਾਂ ਵਾਂਗੂ ਵਾਰ ਕੀਤਾ, ਡਰਪੋਕਾਂ ਦੇ ਵਾਂਗ। ਇਹ ਕੋਈ ਅਵਤਾਰਾਂ ਵਾਲਾ ਕੰਮ ਨਹੀਂ, ਸੂਰਮਿਆਂ ਵਾਲਾ ਕੰਮ ਨਹੀਂ ਹੈ। ਸੂਰਮਿਆਂ ਵਾਲਾ ਕੰਮ ਤੇ ਤਾਂ ਸੀ ਜੇ ਸਾਹਮਣੇ ਆ ਕੇ ਲੜਦਾ। ਫਿਰ ਮੈਂ ਦੱਸਦਾ ਵੀ ਕੌਣ ਅਵਤਾਰ ਹੈ, ਕਿਹਦੇ ਵਿੱਚ ਕਿੰਨਾ ਜ਼ੋਰ ਹੈ, ਕਿਹਦੇ ਵਿੱਚ ਕਿੰਨੀ ਤਾਕਤ ਹੈ, ਫਿਰ ਪਤਾ ਲੱਗਦਾ। ਪਰ ਲੱਗਣਾ ਤੇ ਤਾਂ ਸੀ ਜੇ ਸਾਹਮਣੇ ਆ ਕੇ ਲੜਦਾ। ਲੋਕੇ ਤੇ ਘੱਟ ਤਾਕਤ ਵਾਲਾ ਮਾੜਾ ਬੰਦਾ ਵੀ ਦੂਜੇ ਤੇ ਵਾਰ ਕਰੇਗਾ ਤੇ ਤਗੜੇ ਨੂੰ ਮਾਰ ਦੇਵੇਗਾ। ਸੂਰਮਤਾ ਹੀ ਤਾਂ ਹੈ ਜੇ ਦੁਸ਼ਮਣ ਬਿਨਾਂ ਹਥਿਆਰ ਤੋਂ ਹੈ ਤੇ ਉਹਦੇ ਨਾਲ ਬਿਨਾਂ ਹਥਿਆਰ ਦੇ ਨਾਲ ਲੜਿਆ ਜਾਵੇ। 10ਵੇਂ ਪਾਤਸ਼ਾਹ ਜਾਂ 6ਵੇਂ ਪਾਤਸ਼ਾਹ ਮਹਾਰਾਜ ਜਦੋਂ ਜੰਗ ਕਰਦੇ ਨਾ, ਜਦੋਂ ਦੁਸ਼ਮਣ ਦੇ ਹੱਥੋਂ ਹਥਿਆਰ ਡਿੱਗ ਪੈਂਦਾ ਤੇ ਮਹਾਰਾਜ ਕਹਿੰਦੇ ਚੁੱਕ ਲਾ ਸ਼ਸਤਰ, ਇਹ ਨਾ ਆਖੀ ਮੌਕਾ ਨਹੀਂ ਮਿਲਿਆ। ਮਹਾਰਾਜ ਦੇ ਜੰਗ ਪੜ੍ਹੀਏ ਤੇ ਉਹਦੇ ਵਿੱਚ ਬਚਨ ਆਪਾਂ ਨੂੰ ਇਹ ਸੁਣਨ ਵਾਸਤੇ ਮਿਲਦਾ। ਸਤਿਗੁਰੂ ਕਹਿੰਦੇ ਸਨ ਪਹਿਲਾ ਵਾਰ ਤੂੰ ਹੀ ਕਰ ਲਾ, ਬਾਅਦ ਵਿੱਚ ਇਹ ਨਾ ਕਹੀਂ ਵੀ ਮੈਨੂੰ ਵਾਰ ਕਰਨ ਦਾ ਮੌਕਾ ਨਹੀਂ ਮਿਲਿਆ। 6ਵੇਂ ਪਾਤਸ਼ਾਹ ਮਹਾਰਾਜ ਜਦੋਂ ਹਰਗੋਬਿੰਦਪੁਰੇ ਦਾ ਜੰਗ ਕਰਦੇ ਪਏ, ਇੱਥੇ ਕਈ ਘੇਰੜ ਭਗਵਾਨ ਦਾਸ ਵਰਗੇ ਤੁਰੇ ਫਿਰਦੇ ਸਨ, ਹੋਰ ਕਈ ਆਪਣੇ ਆਪ ਨੂੰ ਬੜੇ ਬੜੇ ਸੂਰਮੇ ਕਹਿਣ ਵਾਲੇ ਜਲੰਧਰ ਦੇ ਸੂਬੇਦਾਰ ਵਰਗੇ। ਸਤਿਗੁਰਾਂ ਨੂੰ ਇਕੱਲੇ ਵੇਖ ਕੇ ਘੇਰ ਲਿਆ ਤੇ ਮਹਾਰਾਜ ਨੇ ਉਸ ਵੇਲੇ ਆਖਿਆ ਮਨ 'ਚ ਭੁਲੇਖਾ ਨਾ ਰਵੇ ਵੀ ਤੁਸੀਂ ਤਿੰਨ ਹੋ ਤੇ ਅਸੀਂ ਇਕੱਲੇ ਆ, ਪਹਿਲਾਂ ਵਾਰ ਕਰ ਲਓ, ਮੁੜ ਕੇ ਮੌਕਾ ਨਹੀਂ ਜੇ ਮਿਲਣਾ। ਇਹ ਹੈ ਸੂਰਮਿਆਂ ਦੀ ਨਿਸ਼ਾਨੀ। ਜਿਹੋ ਜਿਹੇ ਸ਼ਸਤਰ ਦੇ ਨਾਲ, ਜਿਹੋ ਜਿਹੇ ਹਥਿਆਰ ਦੇ ਨਾਲ ਦੁਸ਼ਮਣ ਲੜਦਾ, ਉਦੋਂ ਉਸੇ ਹਥਿਆਰ ਦੇ ਨਾਲ ਉਹਦੇ ਲੜਿਆ ਜਾਵੇ, ਮਰਿਆ ਜਾਂ ਮਾਰਿਆ ਜਾਵੇ, ਫਿਰ ਪਤਾ ਲੱਗਦਾ ਸੂਰਮਤਾਈ ਦਾ। ਲੋਕੇ ਸ਼ਸਤਰ ਚਲਾਇਆ, ਤੀਰ ਚਲਾਇਆ, ਲੋਕੇ ਕਿਸੇ ਉੱਪਰ ਹਮਲਾ ਕੀਤਾ, ਉਹ ਸੂਰਮਤਾਈ ਨਹੀਂ ਹੈ, ਉਹਨੂੰ ਕਾਇਰਤਾ ਗਿਣਿਆ ਜਾਂਦਾ ਹੈ। ਤੇ ਜਦੋਂ ਤੀਰ ਚਲਾਇਆ ਰਾਮ ਜੀ ਆਣੇ ਤੇ ਬਾਲੀ ਨੇ ਡਿੱਗਦੇ ਹੋਏ ਨੇ ਇਹ ਗੱਲ ਆਖੀ ਸੀ, ਸੂਰਮਿਆਂ ਵਾਲਾ ਕੰਮ ਨਹੀਂ ਕੀਤਾ ਰਾਮ ਜੀ, ਤੁਸੀਂ ਆਪਣੀ ਕੁੱਲ ਨੂੰ ਕਲੰਕ ਲਾ ਲਿਆ। ਰਘੁਵੰਸ਼ੀਆਂ ਦੀ ਕੁੱਲ ਨੂੰ ਤੁਸੀਂ ਕਲੰਕਿਤ ਕੀਤਾ। ਇਤਿਹਾਸ ਵਿੱਚ ਲਿਖਿਆ ਜਾਏਗਾ ਵੀ ਉਹਨਾਂ ਦੇ ਇੱਕ ਫਰਜ਼ੰਦ ਨੇ ਤੀਰ ਚਲਾਇਆ ਤੇ ਉਹ ਵੀ ਲੋਕੇ ਚਲਾਇਆ। ਚੰਗਾ ਨਹੀਂ ਕੀਤਾ, ਸੂਰਮਿਆਂ ਵਾਲੀ ਗੱਲ ਨਹੀਂ ਕੀਤੀ ਹੈ। ਸੂਰਮਤਾਈ ਤੇ ਤਾਂ ਅਸੀਂ ਸਾਹਮਣੇ ਆ ਕੇ ਲੜਦੇ। ਇੱਥੇ ਕਹਿ ਰਿਹਾ ਜਰਾਸੰਧ ਕਹਿਣ ਲੱਗਾ ਵੀ ਮੈਂ ਸੂਰਮਤਾਈ ਨਹੀਂ ਸਮਝਦਾ ਅਰਜਨ ਦੀ, ਵੀ ਅਰਜਨ ਦੂਰੋਂ ਖਲੋ ਕੇ ਤੀਰ ਚਲਾਉਂਦਾ, ਮੈਂ ਇਹਨੂੰ ਸੂਰਮਾ ਨਹੀਂ ਜਾਣਦਾ। ਹਾਂ ਬਲ ਮੈਂ ਲਗ ਜਾਣਤ ਹਾਂ ਦੋ, ਮੈਂ ਇਹਨਾਂ ਦੋਵਾਂ ਨੂੰ ਆਪਣੇ ਆਪ ਤੋਂ ਮਾੜਾ ਹੀ ਸਮਝਦਾ ਹਾਂ। ਪਹਿਲਾ ਭਗਵਾਨ ਕ੍ਰਿਸ਼ਨ ਜੀ ਜਿਨ੍ਹਾਂ ਨੂੰ ਜੰਗ ਵਿੱਚੋਂ 17 ਵਾਰੀ ਹਰਾਇਆ, ਦੂਜਾ ਇਹ ਅਰਜਨ ਹੈ ਜਿਹੜਾ ਲੋਕੇ ਦੂਰੋਂ ਤੀਰ ਚਲਾਉਂਦਾ, ਮੈਂ ਇਹਨਾਂ ਨੂੰ ਆਪਣੇ ਆਪ ਤੋਂ ਥੱਲੇ ਸਮਝਦਾ ਹਾਂ। ਹੀਨ ਸਾਥ ਭਟਲ ਰਹਿ ਨ ਕੋ, ਤੇ ਜਿਹੜਾ ਹੋਵੇ ਨਾ ਬਲ ਤੋਂ ਘੱਟ, ਤਾਕਤ ਤੋਂ ਘੱਟ, ਜ਼ੋਰ ਤੋਂ ਘੱਟ, ਤੇ ਸੂਰਮੇ ਉਹਦੇ ਨਾਲ ਜੰਗ ਕਰਨਾ ਚੰਗਾ ਨਹੀਂ ਸਮਝਦੇ। ਸੂਰਮਿਆਂ ਦੀ ਨਿਸ਼ਾਨੀ ਇਹ ਹੈ ਆਪਣੇ ਤੋਂ ਕਮਜ਼ੋਰ ਦੇ ਨਾਲ, ਆਪਣੇ ਤੋਂ ਮਾੜੇ ਦੇ ਨਾਲ ਉਹ ਵਾਧਾ ਨਹੀਂ ਕਰਦੇ, ਲੜਦੇ ਨਹੀਂ, ਉਹਨੂੰ ਮਾਰਦੇ ਨਹੀਂ। ਉਹ ਸਮਝਦੇ ਨੇ ਵੀ ਇਹਦੇ ਵਿੱਚ ਸਾਡੀ ਬੇਇੱਜ਼ਤੀ ਹੈ, ਆਪਣੇ ਤੋਂ ਮਾੜੇ ਨੂੰ ਮਾਰਾਂਗੇ। ਸੂਰਮੇ ਜਿਹੜੇ ਨੇ ਸੂਰਮਿਆਂ ਦੇ ਨਾਲ ਲੜਦੇ, ਉਹ ਵੀ ਲਲਕਾਰ ਕੇ ਮੌਕਾ ਦੇ ਕੇ ਵੀ ਤਿਆਰ ਹੋ ਜਾ, ਸਾਵਧਾਨ ਹੋ ਜਾ, ਮੈਂ ਆਉਣ ਲੱਗਾ ਤੇਰੇ ਤੇ ਹਮਲਾ ਕਰਨ ਵਾਸਤੇ। ਇਹ ਸੂਰਮਿਆਂ ਦੀ ਨਿਸ਼ਾਨੀ ਹੈ। ਜਰਾਸੰਧ ਕਹਿੰਦਾ ਮੈਂ ਸੂਰਮਾ ਹਾਂ ਤੇ ਮੈਂ ਸੂਰਮਿਆਂ ਵਾਂਗ ਹੀ ਜੰਗ ਕਰਾਂਗਾ, ਲਲਕਾਰ ਕੇ, ਲੋਕੇ ਛਿਪ ਕੇ ਨਹੀਂ ਕਰਾਂਗਾ। ਇਹ ਜਰਾਸੰਧ ਦੀਆਂ ਮੂੰਹ ਦੀਆਂ ਗੱਲਾਂ ਜਿਹੜੀਆਂ ਨੇ ਭਗਵਾਨ ਕ੍ਰਿਸ਼ਨ ਜੀਆਂ ਨੂੰ ਜਾਂ ਬਾਕੀ ਸੂਰਮਿਆਂ ਨੂੰ ਕਹਿ ਰਿਹਾ। ਅਰਜਨ ਬਾਰੇ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਕਰਦਾ ਹੈ ਔਰ ਭੀਮ ਸੈਨ ਬਾਰੇ ਕਿਹੜੀਆਂ ਕਿਹੜੀਆਂ ਗੱਲਾਂ ਕਰੇਗਾ, ਤਿੰਨਾਂ ਵਿੱਚੋਂ ਕਿਹਦੇ ਨਾਲ ਇਹ ਜੰਗ ਕਰਦਾ ਹੈ, ਅੱਗੇ ਇਤਿਹਾਸ ਕਿਸ ਬੰਨੇ ਚੱਲੇਗਾ ਕੱਲ੍ਹ ਦੇ ਦੀਵਾਨ ਵਿੱਚ। ਵਾਹਿਗੁਰੂ ਜੀ ਅਗਲੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਬਚਨ ਗੁਰੂ ਕਾ ਜਾਣ ਕੇ ਹਿਰਦੇ ਵਸੇ, ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ।